Electromagnetic induction, Bijal Chumbaki Preran. We have studied that when a current carrying conductor is placed in a magnetic field, ਕਹਿੰਦੇ ਕਿ ਅਸੀਂ ਪੜ੍ਹਿਆ ਹੈ ਕਿ ਕਰੰਟ ਕੈਰਿੰਗ ਕੰਡਕਟਰ ਨੂੰ ਜਦੋਂ ਮੈਗਨੈਟਿਕ ਫੀਲਡ ਵਿੱਚ ਰੱਖਿਆ ਜਾਂਦਾ ਹੈ ਤਾਂ ਕਰੰਟ ਦੀ ਡਾਇਰੈਕਸ਼ਨ ਜੇ ਪਰਪੈਂਡੀਕੂਲਰ ਹੈ ਮੈਗਨੈਟਿਕ ਫੀਲਡ ਦੇ ਤਾਂ ਉੱਥੇ ਇੱਕ ਫੋਰਸ ਐਕਸਪੀਰੀਅੰਸ ਹੁੰਦੀ ਹੈ, ਫੋਰਸ ਅਨੁਭਵ ਹੁੰਦੀ ਹੈ। ਦਿਸ ਫੋਰਸ ਕਾਜ਼ਿਜ਼ ਦ ਕੰਡਕਟਰ ਟੂ ਮੂਵ। ਉਹ ਵਾਲੀ ਫੋਰਸ ਕੰਡਕਟਰ ਨੂੰ ਮੂਵ ਕਰਨ ਦੇ ਏਬਲ ਬਣਾਉਂਦੀ ਆ। ਨਾਓ ਲੈਟ ਅਸ ਇਮੇਜਿਨ a situation in which a conductor is moving inside a magnetic field or a magnetic field is changing around a fixed conductor। ਕਹਿੰਦੇ ਹੁਣ ਅਸੀਂ ਇੱਕ ਅਜਿਹੀ ਸਥਿਤੀ ਇਮੇਜਿਨ ਕਰਦੇ ਹਾਂ ਕਿ ਜਿਹਦੇ ਵਿੱਚ ਕੰਡਕਟਰ ਮੂਵ ਹੋਊਗਾ ਕਿਸੇ ਮੈਗਨੈਟਿਕ ਫੀਲਡ ਦੇ ਵਿੱਚ ਜਾਂ ਫਿਰ ਮੈਗਨੈਟਿਕ ਫੀਲਡ ਚੇਂਜ ਕਰਾਂਗੇ ਅਰਾਊਂਡ ਅ ਫਿਕਸ ਕੰਡਕਟਰ, ਕਿਸੇ ਫਿਕਸ ਕੰਡਕਟਰ ਦੇ ਵਿੱਚ। ਤਾਂ ਕੀ ਹੋਵੇਗਾ? ਇਸ ਦੀ ਸਭ ਤੋਂ ਪਹਿਲਾਂ ਸਟੱਡੀ ਇੰਗਲਿਸ਼ ਫਿਜ਼ਿਸਟ ਮਾਈਕਲ ਫੈਰਾਡੇ ਨੇ ਕੀਤੀ 1831 ਵਿੱਚ। ਫੈਰਾਡੇ ਮੇਡ ਐਨ ਇੰਪੋਰਟੈਂਟ ਬ੍ਰੇਕ ਥਰੂ ਡਿਸਕਵਰਿੰਗ ਹਾਊ ਅ ਮੂਵਿੰਗ ਮੈਗਨੇਟ ਕੈਨ ਬੀ ਯੂਜ਼ਡ ਟੂ ਜਨਰੇਟ ਇਲੈਕਟ੍ਰਿਕ ਕਰੰਟ। ਇਹਦੇ ਵਿੱਚ ਕਿਵੇਂ ਮੂਵਿੰਗ ਮੈਗਨੇਟ ਇਲੈਕਟ੍ਰਿਕ ਕਰੰਟ ਨੂੰ ਜਨਰੇਟ ਕਰਦਾ ਹੈ। ਇਹਦੇ ਲਈ ਇੱਕ ਐਕਟੀਵਿਟੀ ਪਰਫਾਰਮ ਐਕਟੀਵਿਟੀ 13.8 ਵਿੱਚ ਕੋਇਲ ਨੂੰ ਗਲਵੈਨੋਮੀਟਰ ਨਾਲ ਅਟੈਚ ਕੀਤਾ ਤੇ ਉਹਦੇ ਨੀਅਰ ਇੱਕ ਮੈਗਨੇਟ ਰੱਖਿਆ। ਗਲਵੈਨੋਮੀਟਰ ਹੁੰਦਾ ਕੀ ਹੈ? ਇੱਕ ਇੰਸਟਰੂਮੈਂਟ ਹੁੰਦਾ ਜਿਹੜਾ ਕਿ ਡਿਟੈਕਟ ਕਰਦਾ, ਪਤਾ ਕਰਦਾ ਪ੍ਰੈਜ਼ੈਂਸ ਆਫ ਕਰੰਟ ਇਨ ਅ ਸਰਕਿਟ ਦੇ ਵਿੱਚ ਕਰੰਟ ਹੈਗਾ ਕਿ ਨਹੀਂ। ਦ ਪੁਆਇੰਟਰ ਰਿਮੇਨਸ ਐਟ 0, ਸੈਂਟਰ ਵਿੱਚ 0 ਹੁੰਦਾ। ਫॉर 0 ਕਰੰਟ ਫਲੋਇੰਗ ਥਰੂ ਇਟ ਕੈਨ ਡਿਫਲੈਕਟ ਈਦਰ to the left or to the right of the zero mark depending on the direction of the current। left ਜਾਂ ਫਿਰ right direction ਨੂੰ ਇਹ ਵਾਲੀ ਨੀਡਲ ਮੂਵ ਕਰ ਜਾਂਦੀ ਹੈ। ਇਹ ਡਿਪੈਂਡ ਕਰਦੀ ਹੈ ਕਿ ਕਰੰਟ ਦੀ ਡਾਇਰੈਕਸ਼ਨ ਕਿੱਧਰ ਨੂੰ। ਜੇ ਕਰੰਟ ਦੀ ਡਾਇਰੈਕਸ਼ਨ ਰਾਈਟ ਸਾਈਡ ਨੂੰ ਹੈ ਤਾਂ ਇਹਨੇ ਰਾਈਟ ਨੂੰ ਮੂਵ ਕਰ ਜਾਣਾ, ਜੇ ਕਰੰਟ ਦੀ ਡਾਇਰੈਕਸ਼ਨ ਲੈਫਟ ਨੂੰ ਹੈ ਤਾਂ ਇਹਨੇ ਲੈਫਟ ਨੂੰ ਮੂਵ ਕਰ ਜਾਣਾ। ਇਹਦੇ ਵਿੱਚ ਐਕਟੀਵਿਟੀ ਵਿੱਚ ਮੈਗਨੇਟ ਨੂੰ ਮੂਵ ਕੀਤਾ ਗਿਆ। ਮੈਗਨੇਟ ਦਾ ਨਾਰਥ ਪੋਲ ਆ ਜਿਹੜਾ, ਉਹਨੂੰ ਜਦੋਂ ਬੀ ਦੇ ਨੀਅਰ ਲਿਆਂਦਾ ਤਾਂ ਕਰੰਟ ਦੀ ਡਾਇਰੈਕਸ਼ਨ ਤਾਂ ਨੀਡਲ ਆ ਜਿਹੜੀ ਗਲਵੈਨੋਮੀਟਰ 'ਚ ਉਹ ਰਾਈਟ ਸਾਈਡ ਨੂੰ ਮੂਵ ਕਰ ਜਾਂਦੀ ਹੈ। ਤੇ ਜੇਕਰ ਇਹਨੂੰ ਜੇ ਮੈਗਨੇਟ ਦਾ ਸਾਊਥ ਪੋਲ ਬੀ ਦੇ ਨੀਅਰ ਲਿਆਂਦਾ ਤਾਂ ਇਹ ਵਾਲੀ ਨੀਡਲ ਲੈਫਟ ਨੂੰ ਮੂਵ ਕਰ ਜਾਣੀ ਹੈ। ਕਰੰਟ ਦੀ ਡਾਇਰੈਕਸ਼ਨ ਰਿਵਰਸ ਹੋ ਜਾਣੀ ਆ। ਜਦੋਂ ਮੈਗਨੇਟ ਨੂੰ ਨਹੀਂ ਮੂਵ ਕਰਦੇ ਤਾਂ ਇਹਦੀ ਨੀਡਲ 0 ਤੇ ਰਹਿੰਦੀ ਆ, ਸਟੇਸ਼ਨਰੀ ਰਹਿੰਦੀ ਆ। ਲੈਟ ਅਸ ਨਾਓ ਪਰਫਾਰਮ ਅ ਵੇਰੀਏਸ਼ਨ of activity 13.8 in which the moving magnet is replaced by a current carrying coil and the current in the coil can be varied। ਹੁਣ 13.8 ਵਿੱਚ ਜਿਹੜੀ ਐਕਟੀਵਿਟੀ ਕੀਤੀ ਸੀਗੀ ਉਹਦੇ ਵਿੱਚ ਮੈਗਨੇਟ ਨੂੰ ਰਿਪਲੇਸ ਕਰਤਾ, ਇੱਕ ਹੋਰ ਕੋਇਲ ਲਗਾਤੀ ਜਿਹਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਨੂੰ ਚੇਂਜ ਕੀਤਾ ਜਾ ਸਕੇ। ਇਹਦੇ ਵਿੱਚ ਕੋਇਲ 1 ਨੂੰ ਬੈਟਰੀ ਤੇ ਕੀ ਨਾਲ ਅਟੈਚ ਕੀਤਾ ਸੀਰੀਜ਼ ਦੇ ਵਿੱਚ ਤੇ ਕੋਇਲ 2 ਨੂੰ ਅਟੈਚ ਕੀਤਾ ਗਲਵੈਨੋਮੀਟਰ ਦੇ ਨਾਲ। ਕੋਇਲ 1 ਨੂੰ ਪ੍ਰਾਇਮਰੀ ਕੋਇਲ ਕਹਿੰਦੇ ਆ, ਕੋਇਲ 2 ਨੂੰ ਸੈਕੰਡਰੀ ਕੋਇਲ। ਇਹਨਾਂ ਦੋਨਾਂ ਕੋਇਲਸ ਨੂੰ ਕਿਸੇ ਨਾਨ ਕੰਡਕਟਿੰਗ ਸਿਲੰਡਰੀਕਲ ਰੋਲ ਦੇ ਉੱਤੇ ਇਨਸਰਟ ਕੀਤਾ। ਕੋਈ ਥਿਕ ਪੇਪਰ ਰੋਲ ਵੀ ਲੈ ਸਕਦੇ ਆ। ਇਹਦੇ ਵਿੱਚ ਜਦੋਂ ਪਲੱਗ ਨੂੰ ਇਨਸਰਟ ਕੀਤਾ ਗਿਆ ਤਾਂ ਕੀ ਓਬਜ਼ਰਵ ਕੀਤਾ ਗਿਆ ਕਿ ਸੈਕਿੰਡ ਕੋਇਲ ਵਿੱਚ ਗਲਵੈਨੋਮੀਟਰ ਦੀ ਨੀਡਲ ਡਿਫਲੈਕਟ ਹੋ ਗਈ ਤੇ ਜਦੋਂ ਇਹਦੇ ਵਿੱਚੋਂ ਪਲੱਗ ਨੂੰ ਟੇਕ ਆਊਟ ਕੀਤਾ, ਜਦੋਂ ਬਾਹਰ ਕੱਢ ਲਿਆ ਤਾਂ ਉਦੋਂ ਵੀ ਇਹਦੇ ਵਿੱਚ ਡਿਫਲੈਕਸ਼ਨ ਹੋਈ ਬਟ ਓਪੋਜ਼ਿਟ ਡਾਇਰੈਕਸ਼ਨ ਵਿੱਚ। ਇਹਦੇ ਵਿੱਚ ਕਹਿੰਦੇ ਕਿ ਜਦੋਂ ਇਲੈਕਟ੍ਰਿਕ ਕਰੰਟ ਚੇਂਜ ਕਰਦੇ ਆ ਕੋਇਲ 1 ਦੇ ਵਿੱਚ ਤਾਂ ਕੋਇਲ 2 ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਪ੍ਰੋਡਿਊਸ ਹੋ ਜਾਂਦਾ। ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਡੈਫੀਨੇਸ਼ਨ ਪ੍ਰੋਸੈਸ ਬਾਈ ਵਿਚ ਅ ਚੇਂਜਿੰਗ ਮੈਗਨੈਟਿਕ ਫੀਲਡ ਇਨ ਅ ਕੰਡਕਟਰ, ਕਿ ਜਦੋਂ ਕਿਸੇ ਕੰਡਕਟਰ ਵਿੱਚ ਮੈਗਨੈਟਿਕ ਫੀਲਡ ਚੇਂਜ ਕਰਦੇ ਆ ਉਹਦੇ ਨਾਲ ਕੀ ਹੁੰਦਾ, ਇੰਡਿਊਸਿਸ ਅ ਕਰੰਟ ਇਨ ਅਨਦਰ ਕੰਡਕਟਰ।
ਦੂਜੇ ਕੰਡਕਟਰ ਦੇ ਵਿੱਚ ਕਰੰਟ ਇੰਡਿਊਸ ਹੋ ਜਾਂਦਾ, ਉਹਨੂੰ ਕਹਿ ਦਿੰਦੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਇੰਡਿਊਸਡ ਕਰੰਟ ਹਾਈਐਸਟ ਕਦੋਂ ਹੋਊਗੀ? ਜਦੋਂ ਡਾਇਰੈਕਸ਼ਨ ਆਫ ਮੋਸ਼ਨ ਆਫ ਕੋਇਲ ਰਾਈਟ ਐਂਗਲ 'ਤੇ ਮਤਲਬ ਪਰਪੈਂਡੀਕੂਲਰ ਹੋਊ। ਡਾਇਰੈਕਸ਼ਨ ਆਫ ਮੋਸ਼ਨ ਆਫ ਕੋਇਲ ਪਰਪੈਂਡੀਕੂਲਰ ਹੋਊ ਮੈਗਨੈਟਿਕ ਫੀਲਡ 'ਤੇ। ਇਨ ਦਿਸ ਸਿਚੁਏਸ਼ਨ, ਇਹ ਵਾਲੀ ਸਿਚੁਏਸ਼ਨ 'ਚ ਵੀ ਕੈਨ ਯੂਜ਼ ਇੱਕ ਸਿੰਪਲ ਰੂਲ ਯੂਜ਼ ਕਰ ਸਕਦੇ ਹਾਂ ਟੂ ਨੋ ਦ ਡਾਇਰੈਕਸ਼ਨ ਆਫ ਇੰਡਿਊਸ ਕਰੰਟ। ਕਰੰਟ ਦੀ ਡਾਇਰੈਕਸ਼ਨ ਨੂੰ ਫਾਈਂਡ ਕਰਨ ਲਈ ਕੀ ਆ ਵਾਲਾ ਰੂਲ? ਸਟ੍ਰੈਚ ਦ ਥੰਬ, ਫੋਰ ਫਿੰਗਰ ਐਂਡ ਮਿਡਲ ਫਿੰਗਰ ਆਫ ਰਾਈਟ ਹੈਂਡ ਦੇ ਥੰਬ, ਫੋਰ ਫਿੰਗਰ ਤੇ ਮਿਡਲ ਫਿੰਗਰ ਨੂੰ ਸਟ੍ਰੈਚ ਕਰਨਾ ਸੋ ਦੈਟ ਦੇ ਆਰ ਪਰਪੈਂਡੀਕੂਲਰ ਟੂ ਈਚ ਅਦਰ, ਤਾਂ ਕਿ ਉਹ ਤਿੰਨੋਂ ਇੱਕ ਦੂਜੇ ਦੇ ਪਰਪੈਂਡੀਕੂਲਰ ਹੋਣ। ਇਹਦੇ ਵਿੱਚ ਇਫ ਦ ਫੋਰ ਫਿੰਗਰ, ਇਹਦੇ ਵਿੱਚ ਫੋਰ ਫਿੰਗਰ ਕੀ ਇੰਡੀਕੇਟ ਕਰਦਾ, ਕੀ ਦੱਸਦਾ? ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ। ਥੰਬ ਸ਼ੋ ਕਰਦਾ ਡਾਇਰੈਕਸ਼ਨ ਆਫ ਮੋਸ਼ਨ ਆਫ ਕੰਡਕਟਰ, ਕਿ ਮੋਸ਼ਨ ਕਿੱਧਰ ਨੂੰ ਹੋ ਰਿਹਾ। ਤੇ ਮਿਡਲ ਫਿੰਗਰ ਡਾਇਰੈਕਸ਼ਨ ਆਫ ਇੰਡਿਊਸ ਕਰੰਟ ਦੀ ਡਾਇਰੈਕਸ਼ਨ ਦੱਸੂ। ਇਹ ਹੈਗਾ ਫਲੈਮਿੰਗਸ ਰਾਈਟ ਹੈਂਡ ਰੂਲ। ਨੈਕਸਟ ਹੈਗਾ ਇਲੈਕਟ੍ਰਿਕ ਜਨਰੇਟਰ। ਇਲੈਕਟ੍ਰਿਕ ਜਨਰੇਟਰ ਤੇ ਇਲੈਕਟ੍ਰਿਕ ਮੋਟਰ ਡਿਵਾਈਸ ਦੋਨੋਂ ਸੇਮ ਨੇ, ਕੰਮ ਦੋਨਾਂ ਦਾ ਅਲੱਗ-ਅਲੱਗ, ਫੰਕਸ਼ਨ ਦੋਨਾਂ ਦਾ ਅਲੱਗ ਆ। ਇਲੈਕਟ੍ਰਿਕ ਮੋਟਰ ਵਿੱਚ ਕੀ ਕੀਤਾ ਸੀਗਾ? ਇਲੈਕਟ੍ਰਿਸਿਟੀ ਦਿੱਤੀ ਸੀ, ਜਿਹਦੇ ਕਰਕੇ ਕੀ ਹੋ ਗਿਆ, ਉਹਦੇ ਵਿੱਚ ਰੋਟੇਸ਼ਨ ਹੁੰਦੀ ਸੀ। ਤੇ ਇਲੈਕਟ੍ਰਿਕ ਜਨਰੇਟਰ ਤੁਸੀਂ ਦੇਖਿਆ ਹੀ ਹੋਊਗਾ ਕਿ ਖੁਦ ਘੁਮਾਉਣਾ ਪੈਂਦਾ ਹੈ ਉਹਨੂੰ, ਤੇ ਉਹਦਾ ਐਕਸਲ ਨੂੰ ਰੋਟੇਟ ਕਰਨਾ ਪੈਂਦਾ, ਜਿਹਦੇ ਕਰਕੇ ਕੀ ਹੈ, ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਆ। ਇਹਦੇ ਵਿੱਚ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਆ ਤੇ ਮਕੈਨੀਕਲ એનર્ਜੀ ਕਨਵਰਟ ਹੁੰਦੀ ਆ ਇਲੈਕਟ੍ਰੀਕਲ એનર્ਜੀ ਦੇ ਵਿੱਚ। ਕੰਸਟਰਕਸ਼ਨ ਉਹਦੀ ਤਰ੍ਹਾਂ ਹੀ ਆ, ਦੋ ਬ੍ਰਸ਼ਿਸ ਲੱਗੇ ਆ, ਦੋ ਸਪਲਿਟ ਰਿੰਗ ਨੇ ਜਿਹੜੇ ਕਿ ਰੈਕਟੈਂਗੂਲਰ ਕੋਇਲ ਨੂੰ ਰੋਟੇਟ ਕਰਦੇ ਆ, ਦੋ ਮੈਗਨੇਟ ਨੇ ਨਾਰਥ ਪੋਲ ਸਾਊਥ ਪੋਲ, ਤੇ ਉਹਦੇ ਵਿੱਚ ਇੱਥੇ ਕੀ ਸੀਗਾ, ਬੈਟਰੀ ਸੀ, ਇਹਦੇ ਵਿੱਚ ਗਲਵੈਨੋਮੀਟਰ ਲੱਗਿਆ। ਇਹਦੇ ਵਿੱਚ ਫਲੈਮਿੰਗਸ ਰਾਈਟ ਹੈਂਡ ਰੂਲ ਲੱਗਿਆ, ਵਰਕਿੰਗ ਉਸੇ ਤਰ੍ਹਾਂ ਹੀ ਹੁੰਦੀ ਹੈ। ਤੇ ਇਹਦੇ ਵਿੱਚ ਜੇਕਰ ਕਰੰਟ ਦੀ ਡਾਇਰੈਕਸ਼ਨ ਚੇਂਜ ਹੋ ਰਹੀ ਆ ਆਫਟਰ ਐਵਰੀ ਹਾਫ ਸਾਈਕਲ, ਜੇਕਰ ਕਰੰਟ ਦੀ ਡਾਇਰੈਕਸ਼ਨ ਚੇਂਜ ਹੋ ਰਹੀ ਆ ਤਾਂ ਉਹ AC ਜਨਰੇਟਰ ਆ। ਜੇਕਰ ਕਰੰਟ ਦੀ ਡਾਇਰੈਕਸ਼ਨ ਨਹੀਂ ਚੇਂਜ ਹੋ ਰਹੀ, ਕੌਨਸਟੈਂਟ ਹੈ, ਦੈਨ ਉਹ ਇੱਕੋ ਹੀ ਡਾਇਰੈਕਸ਼ਨ ਨੂੰ ਜਾ ਰਿਹਾ ਕਰੰਟ ਹਰੇਕ ਐਵਰੀ ਹਾਫ ਸਾਈਕਲ ਤੋਂ ਬਾਅਦ, ਤਾਂ ਉਹ DC ਜਨਰੇਟਰ ਆ। ਨੈਕਸਟ ਟੌਪਿਕ ਡੋਮੈਸਟਿਕ ਇਲੈਕਟ੍ਰਿਕ ਸਰਕਿਟਸ। ਘਰੇਲੂ ਬਿਜਲਈ ਸਰਕਿਟ ਇਸ ਤਰ੍ਹਾਂ ਦਾ ਹੁੰਦਾ ਹੈ ਡੋਮੈਸਟਿਕ ਇਲੈਕਟ੍ਰਿਕ ਸਰਕਿਟ। ਉਹਦੇ ਵਿੱਚ ਇੱਕ ਅਰਥ ਵਾਇਰ ਹੁੰਦੀ ਹੈ ਗ੍ਰੀਨ ਕਲਰ ਦੀ, ਲਾਈਵ ਵਾਇਰ ਰੈੱਡ ਕਲਰ ਦੀ ਤੇ ਨਿਊਟਰਲ ਵਾਇਰ ਬਲੈਕ ਕਲਰ ਦੀ। ਮੇਨ ਸੋਰਸ ਕਰੰਟ ਦਾ ਲਾਈਵ ਵਾਇਰ ਆ। ਇਹ ਫਿਊਜ਼ ਆ ਤੇ ਇਲੈਕਟ੍ਰਿਕ ਮੀਟਰ। ਇਹ ਹੈਗਾ ਡਿਸਟ੍ਰੀਬਿਊਸ਼ਨ ਬਾਕਸ ਕੰਟੇਨਿੰਗ, ਇਹਦੇ ਵਿੱਚ ਮੇਨ ਸਵਿਚ ਆ ਤੇ ਫਿਊਜ਼ ਆ ਹਰੇਕ ਸਰਕਿਟ ਦੇ ਲਈ। ਤੇ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੁੰਦਾ? 220 ਵੋਲਟ। ਅਰਥ ਵਾਇਰ ਸ਼ੌਕ ਲੱਗਣ ਤੋਂ ਬਚਾਉਂਦੀ ਆ। ਹਰੇਕ ਐਪਲਾਇੰਸ ਦੀ ਇਕੁਅਲ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਆ ਤੇ ਇੱਕ ਦੂਜੇ ਦੇ ਪੈਰਲਲ ਨੇ। 15 ਐਂਪੀਅਰ ਕਰੰਟ ਰੇਟਿੰਗ ਹੁੰਦੀ ਆ ਉਹਨਾਂ ਐਪਲੀਐਂਸਿਸ ਦੇ ਲਈ ਜਿਨ੍ਹਾਂ ਦੇ ਹਾਇਰ ਪਾਵਰ ਰੇਟਿੰਗ ਹੁੰਦੀ ਹੈ, ਜਿਵੇਂ ਕਿ ਗੀਜ਼ਰ, ਏਅਰ ਕੂਲਰਸ। ਤੇ ਬਾਕੀ ਸਰਕਿਟ ਦੀ 5 ਐਂਪੀਅਰ ਕਰੰਟ ਰੇਟਿੰਗ ਹੁੰਦੀ ਆ। ਕਿਹਨਾਂ ਦੀ ਹੁੰਦੀ ਆ ਉਹ? ਬੱਲਬ, ਫੈਨ ਐਟਸੈਟਰਾ। ਬਿਜਲੀ ਸਰਕਿਟ ਵਿੱਚ ਲੱਗਿਆ ਫਿਊਜ਼ ਸਰਕਿਟ ਅਤੇ ਸਾਧਨਾਂ ਦੀ ਓਵਰਲੋਡਿੰਗ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ, ਡੈਮੇਜ ਤੋਂ ਬਚਾਉਂਦਾ ਇਹਨਾਂ ਨੂੰ। ਤੇ ਓਵਰਲੋਡਿੰਗ ਹੁੰਦੀ ਕਦੋਂ ਆ? ਜਦੋਂ ਲਾਈਵ ਵਾਇਰ ਤੇ ਨਿਊਟਰਲ ਵਾਇਰ ਦੋਨੋਂ ਇੱਕ ਦੂਜੇ ਦੇ ਕੰਟੈਕਟ ਵਿੱਚ ਆ ਜਾਂਦੀਆਂ ਨੇ, ਮਤਲਬ ਕਿ ਕਿਸੇ ਵਾਇਰ ਦੇ ਇਨਸੂਲੇਸ਼ਨ ਹੋਈ ਹੁੰਦੀ ਜਿਹੜੀ ਉਹ ਡੈਮੇਜ ਹੋ ਜਾਂਦੀ ਆ, ਜਾਂ ਫਿਰ ਐਪਲੀਐਂਸ ਵਿੱਚ ਕੋਈ ਫਾਲਟ ਹੋਵੇ, ਖਰਾਬੀ ਹੋਵੇ। ਤੇ ਜਦੋਂ ਕਿਸੇ ਸਰਕਿਟ ਦੇ ਵਿੱਚ ਕਰੰਟ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਉਦੋਂ ਸ਼ਾਰਟ ਸਰਕਿਟਿੰਗ ਹੋ ਜਾਂਦਾ।
Next topic, electric motor. An electric motor is a rotating device that converts electrical energy to mechanical energy. Electric motor ਉਹ ਵਾਲੀ rotating device ਆ ਜਿਹੜੀ ਇਲੈਕਟ੍ਰੀਕਲ એનર્ਜੀ ਨੂੰ ਮਕੈਨੀਕਲ એનર્ਜੀ ਦੇ ਵਿੱਚ ਕਨਵਰਟ ਕਰਦੀ ਹੈ। ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨ ਨਾਲ ਰੋਟੇਸ਼ਨ ਹੁੰਦੀ ਹੈ ਇਹਦੇ ਵਿੱਚ। ਇਲੈਕਟ੍ਰਿਕ ਮੋਟਰ ਇਜ਼ ਯੂਜ਼ਡ ਐਜ਼ ਐਨ ਇੰਪੋਰਟੈਂਟ ਕੰਪੋਨੈਂਟ ਇਨ ਇਲੈਕਟ੍ਰਿਕ ਫੈਨਸ। ਇਲੈਕਟ੍ਰਿਕ ਫੈਨਸ ਵਿੱਚ ਯੂਜ਼ ਕੀਤਾ ਜਾਂਦਾ। ਰੈਫਰੀਜਰੇਟਰਸ, ਮਿਕਸਰਸ, ਵਾਸ਼ਿੰਗ ਮਸ਼ੀਨਸ, computers, MP3 players, etc. An electric motor consists of a regular coil ABCD of insulated copper wire. ਇਹਦੇ ਵਿੱਚ coil ਲੈਣੀ ਆ ABCD rectangular shape ਦੀ, ਠੀਕ ਹੈ, ਤੇ ਉਹਨੂੰ ਜੁਆਇਨ ਕਰਨਾ ਅੱਗੇ ਸਰਕਟ ਦੇ ਨਾਲ। ਦੋ ਸਪਲਿਟਰਿੰਗ ਇਹਦੇ ਵਿੱਚ ਲੱਗੇ ਨੇ ਜਿਹੜੇ ਕਿ ਇਹਨੂੰ ਰੋਟੇਟ ਕਰਨ 'ਚ ਹੈਲਪ ਕਰਦੇ ਆ। ਤੇ ਜਿਹੜੀ ਕੋਇਲ ਆ ਉਹਨੂੰ ਪਲੇਸ ਕੀਤਾ ਹੋਇਆ ਨਾਰਥ ਤੇ ਸਾਊਥ ਪੋਲ ਦੇ ਵਿੱਚ। ਬ੍ਰਸ਼ਿਜ਼ ਇਹਦੇ ਵਿੱਚ X ਐਂਡ Y ਨੇ। ਵਰਕਿੰਗ ਔਰ ਡਾਇਰੈਕਟ ਕਰੰਟ ਫਰੋਮ ਅ ਬੈਟਰੀ ਇਜ਼ ਪਾਸਡ ਥਰੂ ਆਰਮੇਚਰ। ਬੈਟਰੀ ਤੋਂ ਡਾਇਰੈਕਟ ਕਰੰਟ ABCD ਕੋਇਲ ਵਿੱਚ ਜਾਂਦਾ ਹੈ। The current flows in the coil along ABCD. The limb AB of the coil experiences downward. ਜਿਹੜੀ ਲਿੰਬ AB ਆ coil ਦੀ ਉਹ downward ਜਾਊਗੀ। ਇਹ ਵਾਲੀ ਲਿੰਬ AB downward ਨੀਚੇ ਨੂੰ ਜਾਊਗੀ ਤੇ ਇਹਨੇ ਇੱਧਰ ਨੂੰ rotation ਹੋਊਗੀ ਇਹਦੀ। And CD of the coil experience upward force in accordance with Fleming's left hand rule. ਤੇ ਜਿਹੜੀ CD ਆ CD ਅਪਵਰਡ ਆਊਗੀ। ਇਹ ਤੇ ਅਪਵਰਡ ਫੋਰਸ ਲੱਗੂਗੀ ਇਨ ਅਕੋਰਡੈਂਸ ਵਿਦ ਫਲੈਮਿੰਗਸ ਲੈਫਟ ਹੈਂਡ ਰੂਲ। ਅਕੋਰਡਿੰਗ ਟੂ ਫਲੈਮਿੰਗਸ ਲੈਫਟ ਹੈਂਡ ਰੂਲ ਅਗਰ ਕਰੰਟ ਦੀ ਡਾਇਰੈਕਸ਼ਨ ਇਹ ਆ ਮੈਗਨੈਟਿਕ ਫੀਲਡ ਲਾਈਨਸ ਨਾਰਥ ਤੋਂ ਸਾਊਥ ਵੱਲ ਜਾਣਗੀਆਂ। ਮੈਗਨੈਟਿਕ ਫੀਲਡ ਇੱਧਰ ਨੂੰ ਆ ਤੇ ਕਰੰਟ ਦੀ ਡਾਇਰੈਕਸ਼ਨ ਇੱਧਰ ਨੂੰ ਆ ਤੇ ਫਲੈਮਿੰਗਸ ਲੈਫਟ ਹੈਂਡ ਰੂਲ ਦੇ ਅਕੋਰਡਿੰਗ ਫੋਰਸ ਨੀਚੇ ਨੂੰ ਲੱਗੂਗੀ। These two equal and opposite force constitute a couple tending to rotate the coil in clockwise direction. ਤਾਂ ਜਿਹੜੀ ਇਹ ਫੋਰਸ ਲੱਗ ਰਹੀ ਆ ਇਕੁਅਲ ਤੇ ਓਪੋਜ਼ਿਟ ਫੋਰਸ ਲੱਗ ਰਹੀ ਹੈ ਇਹਨਾਂ ਤੇ ਜਿਹਦੇ ਕਰਕੇ ਇਹਦੇ ਵਿੱਚ ਰੋਟੇਸ਼ਨ ਹੁੰਦੀ ਆ। ਆਫਟਰ ਹਾਫ ਦ ਰੋਟੇਸ਼ਨ ਜਦੋਂ ਅੱਧਾ ਸਾਈਕਲ ਕੰਪਲੀਟ ਹੋ ਜਾਂਦਾ, ਅੱਧੀ ਰੋਟੇਸ਼ਨ ਹੋ ਜਾਂਦੀ ਆ, ਬ੍ਰਸ਼ B1 ਹੈਜ਼ ਕੰਟੈਕਟ ਵਿਦ S2। ਤਾਂ B1 ਜਿਹੜਾ ਬ੍ਰਸ਼ ਆ ਉਹ S2 ਦੇ ਕੰਟੈਕਟ ਵਿੱਚ ਆ ਜਾਂਦਾ। ਹੁਣ ਅੱਧਾ ਸਾਈਕਲ ਇੱਥੇ ਕੰਪਲੀਟ ਹੋ ਗਿਆ। ਹੁਣ AB ਉਧਰਲੀ ਸਾਈਡ ਚਲੇ ਗਏ ਤੇ CD ਇੱਧਰ ਵਾਲੀ ਸਾਈਕਲ ਅੱਧਾ ਹੋ ਗਿਆ ਤੇ ਇਹਦੇ ਵਿੱਚ ਸਪਲਿਟ ਰਿੰਗਸ ਨੇ ਉਹਨਾਂ ਦੀ ਡਾਇਰੈਕਸ਼ਨ ਵੀ ਚੇਂਜ ਹੋ ਜੂਗੀ। S2 ਇੱਧਰ ਆ ਜਾਊਗਾ, S1 ਇੱਧਰ ਆ ਜਾਊਗਾ। ਬ੍ਰਸ਼ B1 ਸੀਗਾ ਜਿਹੜਾ ਉਹ S2 ਦੇ ਕੰਟੈਕਟ ਵਿੱਚ ਆ ਗਿਆ ਐਂਡ ਬ੍ਰਸ਼ B2 S1 ਦੇ ਕੰਟੈਕਟ ਵਿੱਚ ਆ ਗਿਆ। ਤਾਂ ਡਾਇਰੈਕਸ਼ਨ ਆਫ ਦ ਕਰੰਟ ਗੈਟਸ ਰਿਵਰਸਡ। ਤਾਂ ਕਰੰਟ ਦੀ ਡਾਇਰੈਕਸ਼ਨ ਵੀ ਰਿਵਰਸ ਹੋ ਜੂਗੀ। ਪਹਿਲਾਂ ਉਹ AB ਦੇ ਅਲੋਂਗ ਜਾ ਰਿਹਾ ਸੀ ਕਰੰਟ, ਹੁਣ CD। ਹੁਣ ਕਰੰਟ ਫਲੋ ਕਰੂ DCBA ਦੇ ਥਰੂ ਇੰਸਟੈਡ ਆਫ ਅਲੋਂਗ ABCD। ਮਤਲਬ ਪਹਿਲਾਂ ABCD ਸੀ, ਹੁਣ DCBA ਦੇ ਅਲੋਂਗ ਕਰੰਟ ਫਲੋ ਕਰੂਗਾ। ਲਿੰਬ DC ਐਕਸਪੀਰੀਅੰਸਿਸ ਡਾਊਨਵਰਡ। ਹੁਣ DC ਨੇ ਡਾਊਨਵਰਡ ਨੂੰ ਜਾਣਾ ਤੇ ਇਹ ਵਾਲੇ AB ਨੇ ਅਪਵਰਡ ਡਾਇਰੈਕਸ਼ਨ ਨੂੰ ਆ ਜਾਣਾ ਅਕੋਰਡਿੰਗ ਟੂ ਫਲੈਮਿੰਗਸ ਲੈਫਟ ਹੈਂਡ ਰੂਲ। ਇਸੇ ਤਰ੍ਹਾਂ ਇਹ ਵਾਲਾ ਪ੍ਰੋਸੈਸ ਰਿਪੀਟ ਹੋਈ ਜਾਂਦਾ ਹੈ ਤੇ ਆਰਮੇਚਰ ਦਾ ਮੋਸ਼ਨ ਹੋਈ ਜਾਂਦਾ ਹੈ। ਇਸੇ ਤਰ੍ਹਾਂ ਕੰਟੀਨਿਊ ਚੱਲਦਾ ਰਹਿੰਦਾ ਹੈ। ਇਹਦਾ ਫੰਕਸ਼ਨ ਕੀ ਹੈ ਇਹਦੇ ਵਿੱਚ ਸਪਲਿਟ ਰਿੰਗਸ ਦਾ? ਦੇ ਹੈਲਪ ਇਨ ਰਿਵਰਸਿੰਗ ਦ ਡਾਇਰੈਕਸ਼ਨ ਆਫ ਕਰੰਟ ਇਨ ਦ ਕੋਇਲ ਆਫਟਰ ਐਵਰੀ ਹਾਫ ਸਾਈਕਲ। ਹਾਫ ਰੋਟੇਸ਼ਨ ਜਦੋਂ ਹਾਫ ਰੋਟੇਸ਼ਨ ਕੰਪਲੀਟ ਹੋ ਜਾਂਦੀ ਹੈ ਤਾਂ ਇਹਦਾ ਕੰਮ ਹੈ ਇਹਨੇ ਕਰੰਟ ਦੀ ਡਾਇਰੈਕਸ਼ਨ ਨੂੰ ਰਿਵਰਸ ਕਰ ਦੇਣਾ।